ਵੈਰੀ ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਤੁਹਾਡੀ ਪੰਜਾਬੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 18 ਪੜ੍ਹਾਂਗੇ, ਜੋ ਕਿ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਦੇ ਨਾਲ ਜੁੜਿਆ ਹੋਇਆ ਹੈ, ਜਿਸ ਨੇ ਜੰਗੇ ਆਜ਼ਾਦੀ ਦੇ ਵਿੱਚ ਆਪਣਾ ਬਹੁਤ ਹੀ ਬੜਮੁੱਲਾ ਯੋਗਦਾਨ ਪਾਇਆ ਹੈ। ਉਹ ਮਹਾਨ ਸ਼ਖਸੀਅਤ ਹੈ ਸਰੋਜਨੀ ਨਾਇਡੂ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਦੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਤਾਂ ਅੱਜ ਅਸੀਂ ਇਸ ਮਹਾਨ ਸ਼ਖਸੀਅਤ ਬਾਰੇ ਪੜ੍ਹਾਂਗੇ ਕਿ ਕੌਣ ਸੀ, ਕੀ ਕੰਮ ਕੀਤੇ ਇਹਨਾਂ ਨੇ। ਅੱਜ ਅਸੀਂ ਇਸ ਪਾਠ ਦੇ ਵਿੱਚ ਪੜ੍ਹਾਂਗੇ। ਪਾਠ ਨੰਬਰ 18, ਭਾਰਤੀ ਆਜ਼ਾਦੀ ਦੀ ਮਹਾਨ ਨਾਇਕਾ ਸਰੋਜਨੀ ਨਾਇਡੂ। ਸ਼੍ਰੀਮਤੀ ਸਰੋਜਨੀ ਨਾਇਡੂ ਇੱਕ ਪ੍ਰਸਿੱਧ ਕਵਿੱਤਰੀ ਹੋਣ ਦੇ ਨਾਲ ਭਾਰਤੀ ਆਜ਼ਾਦੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀ ਮਹਾਨ ਇਸਤਰੀ ਸੀ। ਉਸਨੇ ਆਪਣੀ ਜ਼ਿੰਦਗੀ ਦੇ ਆਖਰੀ ਦਮ ਤੱਕ ਭਾਰਤੀ ਆਜ਼ਾਦੀ ਦੇ ਗੀਤ ਗਾਏ ਅਤੇ ਸਮਾਜਿਕ ਅਤੇ ਰਾਜਨੀਤਿਕ ਖੇਤਰ ਵਿੱਚ ਇਸਤਰੀ ਦੇ ਗੌਰਵ ਵਿੱਚ ਵਾਧਾ ਕਰਨ ਲਈ ਸੰਘਰਸ਼ ਕੀਤਾ। ਗੌਰਵ ਮਤਲਬ ਮਾਨ ਸਨਮਾਨ। ਇਸਤਰੀ ਦੇ ਮਾਨ ਸਨਮਾਨ ਵਿੱਚ ਵਾਧਾ ਕਰਨ ਦੇ ਲਈ ਬਹੁਤ ਸੰਘਰਸ਼ ਕੀਤਾ। ਸੰਘਰਸ਼ ਮਤਲਬ ਜੱਦੋ-ਜਹਿਦ ਕੀਤੀ, ਹੈ ਨਾ। ਭਾਰਤ ਦੀ ਏਕਤਾ ਨੂੰ ਕਾਇਮ ਰੱਖਣ ਲਈ ਉਸਨੇ ਆਪਣੇ ਖੂਨ ਦਾ ਇੱਕ ਕਤਰਾ ਕੁਰਬਾਨ ਕਰ ਦਿੱਤਾ। ਠੀਕ ਹੈ, ਉਸਨੇ ਆਪਣੇ ਖੂਨ ਦਾ ਇੱਕ ਕਤਰਾ ਕੁਰਬਾਨ ਕਰ ਦਿੱਤਾ। ਅਗਲਾ ਹੈ, ਭਾਰਤੀ ਇਤਿਹਾਸ ਵਿੱਚ ਬੁਲਬੁਲ ਦੇ ਤੌਰ ਤੇ ਜਾਣੀ ਜਾਂਦੀ ਸਰੋਜਨੀ ਨਾਇਡੂ ਦਾ ਜਨਮ 13 ਫਰਵਰੀ 1879 ਈਸਵੀ ਨੂੰ ਹੈਦਰਾਬਾਦ ਦੇ ਇੱਕ ਚੰਗੇ ਖਾਨਦਾਨੀ ਪਰਿਵਾਰ ਵਿੱਚ ਹੋਇਆ। ਕਿ ਉਹਨਾਂ ਦਾ ਜਨਮ ਕਦੋਂ ਹੋਇਆ? 13 ਫਰਵਰੀ 1879 ਨੂੰ। ਕਿੱਥੇ ਹੋਇਆ? ਹੈਦਰਾਬਾਦ ਦੇ ਵਿੱਚ। ਉਸਦਾ ਬਚਪਨ ਦਾ ਨਾਮ ਸਰੋਜਨੀ ਚੋਪਟਾਧਿਆਏ ਸੀ। ਉਸਦੇ ਬਚਪਨ ਦਾ ਨਾਮ ਕੀ ਸੀ? ਸਰੋਜਨੀ ਚੋਪਟਾਧਿਆਏ। ਉਹਨਾਂ ਦੇ ਪਿਤਾ ਅਘੋਰਨਾਥ ਵਿਗਿਆਨ ਅਤੇ ਸਿੱਖਿਆ ਨੂੰ ਪਿਆਰ ਕਰਨ ਵਾਲੇ ਵਿਅਕਤੀ ਸਨ। ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ? ਅਘੋਰਨਾਥ। ਤੇ ਉਹ ਜ਼ਿਆਦਾਤਰ ਸਿੱਖਿਆ ਤੇ ਵਿਗਿਆਨ ਨੂੰ ਪਿਆਰ ਕਰਨ ਵਾਲੇ ਸੀ। ਉਹਨਾਂ ਨੇ ਹੈਦਰਾਬਾਦ ਵਿੱਚ ਨਿਜ਼ਾਮ ਕਾਲਜ ਦੀ ਸਥਾਪਨਾ ਕੀਤੀ। ਕਿਹਨਾਂ ਨੇ ਕੀਤੀ? ਅਘੋਰਨਾਥ ਨੇ। ਸਰੋਜਨੀ ਜੀ ਦੇ ਪਿਤਾ ਜੀ ਨੇ ਨਿਜ਼ਾਮ ਕਾਲਜ ਦੀ ਸਥਾਪਨਾ ਕੀਤੀ। ਕਿੱਥੇ ਕੀਤੀ? ਹੈਦਰਾਬਾਦ ਵਿੱਚ। ਇਸ ਤੋਂ ਬਾਅਦ ਉਹਨਾਂ ਨੇ ਆਪਣੀ ਪਤਨੀ ਵਰਦਾ ਸੁੰਦਰੀ ਦੇਵੀ ਦੇ ਸਹਿਯੋਗ ਨਾਲ ਇੱਕ ਕੁੜੀਆਂ ਦੇ ਕਾਲਜ ਦੀ ਸਥਾਪਨਾ ਕੀਤੀ। ਤਾਂ ਇੱਥੇ ਪਿਤਾ ਜੀ ਦਾ ਨਾਮ ਤਾਂ ਪਤਾ ਚੱਲ ਹੀ ਗਿਆ ਸੀਗਾ, ਸਰੋਜਨੀ ਨਾਇਡੂ। ਹੁਣ ਉਹਨਾਂ ਦੀ ਜਿਹੜੀ ਮਾਤਾ ਸੀ, ਉਹਨਾਂ ਦਾ ਨਾਮ ਕੀ ਸੀ? ਵਰਦਾ ਸੁੰਦਰੀ ਦੇਵੀ। ਠੀਕ ਹੈ ਬੇਟਾ। ਅਘੋਰਨਾਥ ਉਰਦੂ, ਤੇਲਗੂ, ਅੰਗਰੇਜ਼ੀ, ਫਾਰਸੀ ਅਤੇ ਬੰਗਾਲੀ ਭਾਸ਼ਾ ਦੇ ਮਾਹਰ ਸਨ। ਤਾਂ ਜਿਹੜੇ ਅਘੋਰਨਾਥ ਸੀ ਉਹ ਇੰਨੀਆਂ ਭਾਸ਼ਾਵਾਂ ਜਾਣਦੇ ਸੀ। ਦੇਖੋ, ਉਰਦੂ, ਤੇਲਗੂ, ਅੰਗਰੇਜ਼ੀ, ਫਾਰਸੀ, ਬੰਗਾਲੀ, ਤਾਂ ਇੰਨੀਆਂ ਭਾਸ਼ਾਵਾਂ ਦੇ ਉਹ ਮਾਹਰ ਸਨ। ਜਿਸ ਸਮੇਂ ਸਰੋਜਨੀ ਦਾ ਜਨਮ ਹੋਇਆ ਉਸ ਸਮੇਂ ਭਾਰਤ ਵਿੱਚ ਅੰਗਰੇਜ਼ਾਂ ਦਾ ਅਤਿਆਚਾਰ ਜ਼ੋਰਾਂ 'ਤੇ ਸੀ। ਭਾਰਤ ਵਾਸੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਹਰ ਪਾਸੇ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਦਾ ਬੋਲਬਾਲਾ ਸੀ। ਜੇਕਰ ਕੋਈ ਵਿਅਕਤੀ ਥੋੜ ਮਾਰੇ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦੀ ਦਲੇਰੀ ਕਰਦਾ ਤਾਂ ਅੰਗਰੇਜ਼ੀ ਕੌਮ ਬਹੁਤ ਨਿਰਦਈ ਢੰਗ ਨਾਲ ਉਸ ਵਿਅਕਤੀ ਦੀ ਜ਼ੁਬਾਨ ਫੜ ਲੈਂਦੀ ਸੀ। ਮਤਲਬ ਉਸ ਵਿਅਕਤੀ ਨੂੰ ਚੁੱਪ ਕਰਾ ਦਿੱਤਾ ਜਾਂਦਾ ਸੀਗਾ ਤਾਂ ਕਿ ਉਹ ਕਿਸੇ ਦੇ ਹੱਕਾਂ ਦੀ ਗੱਲ ਨਾ ਕਰ ਸਕੇ। ਤਾਂ ਉਸ ਵਿਅਕਤੀ ਨੂੰ ਹੀ ਚੁੱਪ ਕਰਾ ਦਿੱਤਾ ਜਾਂਦਾ ਸੀ ਜੋ ਗਰੀਬ ਲੋਕਾਂ ਦੇ ਹੱਕਾਂ ਦੇ ਲਈ, ਬੇਰੁਜ਼ਗਾਰ ਲੋਕਾਂ ਦੇ ਹੱਕਾਂ ਦੇ ਲਈ ਗੱਲ ਕਰਦਾ ਸੀ। ਇਸ ਤਰ੍ਹਾਂ ਦੇ ਬੁਰੇ ਹਾਲਾਤਾਂ ਵਿੱਚ ਹੀ ਜਨਮ ਹੋਇਆ ਸੀ ਭਾਰਤ ਦੀ ਇਸ ਮਹਾਨ ਨਾਇਕ ਸਰੋਜਨੀ ਨਾਇਡੂ ਦਾ। ਪਰਿਵਾਰ ਵਿੱਚ ਆਪਣੇ ਭੈਣ ਭਰਾਵਾਂ ਵਿੱਚੋਂ ਸਰੋਜਨੀ ਸਭ ਤੋਂ ਵੱਡੀ ਸੀ। ਸਰੋਜਨੀ ਦਾ ਇੱਕ ਉੱਘੀ ਕਵਿੱਤਰੀ
ਅਤੇ ਕ੍ਰਾਂਤੀਕਾਰੀ ਵਿਚਾਰਾਂ ਦਾ ਮਾਲਕ ਹੋਣਾ ਮਹਿਜ਼ ਇਤਫਾਕ ਦੀ ਗੱਲ ਨਹੀਂ ਸੀ, ਕਿਉਂਕਿ ਉਸਨੂੰ ਇਹ ਗੁਣ ਆਪਣੇ ਹੀ ਪਰਿਵਾਰ ਵਿੱਚੋਂ ਮਿਲੇ ਸਨ। ਸਰੋਜਨੀ ਨੇ ਮਦਰਾਸ ਦੇ ਇੱਕ ਸਕੂਲ ਵਿੱਚੋਂ ਮੈਟ੍ਰਿਕ ਪਾਸ ਕੀਤੀ। ਮੈਟ੍ਰਿਕ ਕਿੱਥੋਂ ਪਾਸ ਕੀਤੀ ਸਰੋਜਨੀ ਨੇ? ਮਦਰਾਸ ਦੇ ਸਕੂਲ ਵਿੱਚੋਂ, ਮਦਰਾਸ ਤੋਂ। ਠੀਕ ਹੈ ਬੇਟਾ। ਉਹਨਾਂ ਵੇਲਿਆਂ ਵਿੱਚ ਲੋਕ ਕੁੜੀਆਂ ਨੂੰ ਪੜ੍ਹਨ ਵਿੱਚ ਜਾਂ ਪੜ੍ਹਾਉਣ ਵਿੱਚ ਰੁਚੀ ਨਹੀਂ ਲੈਂਦੇ ਸਨ, ਪਰ ਸਰੋਜਨੀ ਦੇ ਪਿਤਾ ਦੀ ਸੋਚ ਅਜਿਹੀ ਨਹੀਂ ਸੀ। ਅੱਗੇ ਪੜ੍ਹਾਈ ਕਰਨ ਦੇ ਮਕਸਦ ਨਾਲ ਸਰੋਜਨੀ 16 ਸਾਲ ਦੀ ਉਮਰ ਵਿੱਚ ਇੰਗਲੈਂਡ ਚਲੀ ਗਈ। ਤਾਂ ਕਿੱਥੇ ਚਲੀ ਗਈ 16 ਸਾਲ ਦੀ ਉਮਰ ਦੇ ਵਿੱਚ? ਇੰਗਲੈਂਡ। ਉਸਨੇ ਲੰਡਨ ਦੇ ਕਿੰਗਜ਼ ਕਾਲਜ ਵਿੱਚ ਦਾਖਲਾ ਲਿਆ। ਲੰਡਨ ਦੇ ਕਿਹੜੇ ਕਾਲਜ 'ਚ ਦਾਖਲਾ ਲਿਆ? ਕਿੰਗਜ਼ ਕਾਲਜ ਵਿੱਚ ਦਾਖਲਾ ਲਿਆ ਤੇ ਫਿਰ ਗੇਟਨ ਕਾਲਜ ਕੈਂਬਰਿਜ ਵਿੱਚ ਪੜ੍ਹਨਾ ਸ਼ੁਰੂ ਕੀਤਾ। ਗੇਟਨ ਕਾਲਜ ਕੈਂਬਰਿਜ ਵਿੱਚ ਪੜ੍ਹਨਾ ਸ਼ੁਰੂ ਕੀਤਾ। ਪੜ੍ਹਾਈ ਦੇ ਨਾਲ ਉਸ ਸਮੇਂ ਸਰੋਜਨੀ ਨੂੰ ਕੁਝ ਕਵਿਤਾਵਾਂ ਅਤੇ ਨਾਟਕ ਲਿਖਣ ਦਾ ਸ਼ੌਂਕ ਪੈਦਾ ਹੋ ਚੁੱਕਾ ਸੀ। ਕੀ ਲਿਖਣ ਦਾ ਸ਼ੌਂਕ ਪੈਦਾ ਹੋ ਗਿਆ ਉਸਨੂੰ? ਕਵਿਤਾਵਾਂ ਤੇ ਨਾਟਕ। ਇਹਨਾਂ ਦਿਨਾਂ ਵਿੱਚ ਹੀ ਸਰੋਜਨੀ ਦੀ ਮੁਲਾਕਾਤ ਇੱਕ ਪ੍ਰਸਿੱਧ ਅੰਗਰੇਜ਼ ਕਵੀ ਐਡਮੰਡ ਗੌਸ ਨਾਲ ਹੋਈ। ਕਿਸ ਨਾਲ ਮੁਲਾਕਾਤ ਹੋਈ? ਐਡਮੰਡ ਗੌਸ ਨਾਲ। ਉਸਨੇ ਸਰੋਜਨੀ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸਦੇ ਅੰਦਰਲੇ ਕਵੀ ਮਨ ਨੂੰ ਹੁਲਾਰਾ ਦਿੱਤਾ। ਇਸ ਤੋਂ ਇਲਾਵਾ ਇੰਗਲੈਂਡ ਦੇ ਇੱਕ ਹੋਰ ਕਵੀ ਆਰਥਰ ਸਾਈਮਨ ਨੇ ਵੀ ਸਰੋਜਨੀ ਦੀ ਕਲਾ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕੀਤਾ। ਤਾਂ ਇੱਕ ਕਵੀ ਉਸਨੂੰ ਹੋਰ ਮਿਲਿਆ। ਕਿਹੜਾ ਕਵੀ ਮਿਲਿਆ? ਆਰਥਰ ਸਾਈਮਨ। ਉਹ ਲੰਮਾ ਸਮਾਂ ਇੱਕ ਦੂਜੇ ਨੂੰ ਖੱਤ ਲਿਖਦੇ ਰਹੇ। ਉਹਨਾਂ ਦੀ ਪ੍ਰੇਰਨਾ ਸਦਕਾ ਹੀ ਸਰੋਜਨੀ ਨੇ ਆਪਣੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ਦ ਗੋਲਡਨ ਥ੍ਰੈਸ਼ੋਲਡ ਤਾਂ ਸਰੋਜਨੀ ਨੇ ਆਪਣੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ ਦ ਗੋਲਡਨ ਥ੍ਰੈਸ਼ੋਲਡ ਪ੍ਰਕਾਸ਼ਿਤ ਕੀਤਾ। ਉਸ ਸਮੇਂ ਇਹ ਪੁਸਤਕ ਇੰਗਲੈਂਡ ਵਿੱਚ ਬਹੁਤ ਲੋਕਪ੍ਰਿਯ ਹੋਈ। ਮਤਲਬ ਬਹੁਤ ਪਸੰਦ ਕੀਤੀ ਗਈ ਲੋਕਾਂ ਵੱਲੋਂ। ਤਾਂ ਇਹ ਕਵਿਤਾਵਾਂ ਦਾ ਜਿਹੜਾ ਸੰਗ੍ਰਹਿ ਸੀ ਇੰਗਲੈਂਡ ਦੇ ਵਿੱਚ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਇੰਗਲੈਂਡ ਵਿੱਚ ਛਪਦੇ ਅਖਬਾਰਾਂ ਵਿੱਚ ਇਸ ਦੀ ਕਾਫੀ ਪ੍ਰਸ਼ੰਸਾ ਹੋਈ। ਪ੍ਰਸ਼ੰਸਾ ਮਤਲਬ ਬੜਾਈ, ਤਾਰੀਫ। ਇਸ ਤੋਂ ਬਾਅਦ ਦ ਵਰਡ ਆਫ ਟਾਈਮ ਐਂਡ ਦ ਬ੍ਰੋਕਨ ਵਿੰਗ ਇਸ ਦੇ ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋਏ। ਦੋ ਇਸ ਦੇ ਕਵਿਤਾ ਸੰਗ੍ਰਹਿ ਸੀ ਜਿਹੜੇ ਉਹ ਪ੍ਰਕਾਸ਼ਿਤ ਹੋਏ। ਦ ਵਰਡ ਆਫ ਟਾਈਮ ਐਂਡ ਦ ਬ੍ਰੋਕਨ ਵਿੰਗ ਉਸ ਦੇ ਕਵਿਤਾ ਦੇ ਸੰਗ੍ਰਹਿ ਪ੍ਰਕਾਸ਼ਿਤ ਹੋਏ। ਉਸ ਦੀ ਕਵਿਤਾ ਜਿਹੜੀ ਕਵਿਤਾ ਸੀ ਉਸਦੀ ਉਹ ਪਿਆਰ ਨਾਲ ਭਰਪੂਰ ਸੀ। ਨਿਰਸੰਦੇਹ ਉਸ ਦੀਆਂ ਕਵਿਤਾਵਾਂ ਦੇ ਸ਼ਬਦ ਭਾਵੇਂ ਅੰਗਰੇਜ਼ੀ ਹਨ, ਪਰ ਉਸ ਦੀ ਆਤਮਾ ਵਿੱਚ ਹਿੰਦੁਸਤਾਨ ਦਾ ਵਾਸਾ ਹੈ। ਮਹਾਰਿਸ਼ੀ ਅਰਵਿੰਦ, ਰਵਿੰਦਰਨਾਥ ਟੈਗੋਰ ਅਤੇ ਜਵਾਹਰ ਲਾਲ ਨਹਿਰੂ ਨੇ ਸਰੋਜਨੀ ਦੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕਹਿੰਦੇ ਹਨ ਕਿ ਸਰੋਜਨੀ ਦੇ ਪਿਤਾ ਉਸ ਨੂੰ ਵਿਗਿਆਨੀ ਬਣਾਉਣਾ ਚਾਹੁੰਦੇ ਸਨ, ਪਰ ਸਮੇਂ ਨੇ ਉਸ ਨੂੰ ਕਵਿੱਤਰੀ ਬਣਾ ਦਿੱਤਾ। ਤਾਂ ਉਸ ਦੇ ਪਿਤਾ ਜੀ ਉਸ ਨੂੰ ਕੀ ਬਣਾਉਣਾ ਚਾਹੁੰਦੇ ਸਨ? ਵਿਗਿਆਨੀ। ਪਰ ਸਮੇਂ ਨੇ ਉਸ ਨੂੰ ਕੀ ਬਣਾ ਦਿੱਤਾ? ਸਮੇਂ ਨੇ ਉਸ ਨੂੰ ਇੱਕ ਵਿਗਿਆਨੀ ਬਣਾ ਦਿੱਤਾ, ਕਵਿੱਤਰੀ ਬਣਾ ਦਿੱਤਾ। ਤਾਂ ਸਮੇਂ ਨੇ ਉਸ ਨੂੰ ਇੱਕ ਕਵਿੱਤਰੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ। 15 ਸਾਲ ਦੀ ਉਮਰ ਵਿੱਚ ਸਰੋਜਨੀ ਦੀ ਮੁਲਾਕਾਤ ਡਾਕਟਰ ਗੋਵਿੰਦਰਾਜੁਲੂ ਨਾਇਡੂ ਨਾਲ ਹੋਈ। ਉਹਨਾਂ ਦੀ ਇਹ ਮੁਲਾਕਾਤ ਪਿਆਰ ਵਿੱਚ ਬਦਲ ਗਈ ਅਤੇ ਸਰੋਜਨੀ ਨੇ ਉਸ ਨੂੰ ਆਪਣੇ ਮਨ ਦਾ ਮੀਤ ਬਣਾ ਲਿਆ। ਉਹ ਜਾਤ ਦੇ ਬ੍ਰਾਹਮਣ ਨਹੀਂ ਸਨ, ਪਰ ਫਿਰ ਵੀ ਸਰੋਜਨੀ ਦੇ ਮਾਤਾ ਪਿਤਾ ਨੂੰ ਇਸ ਸੰਬੰਧੀ ਕੋਈ ਇਤਰਾਜ਼ ਨਹੀਂ ਸੀ। ਵਿਆਹ ਸਮੇਂ ਸਰੋਜਨੀ ਦੀ ਉਮਰ 19 ਸਾਲ ਸੀ। 1898 ਵਿੱਚ ਮਦਰਾਸ ਵਿਖੇ ਬ੍ਰਹਮੋਸ ਮੈਰਿਜ ਐਕਟ 1898 ਦੇ ਵਿੱਚ ਮਦਰਾਸ ਵਿੱਚ ਬ੍ਰਹਮੋ ਸਮਾਜ ਐਕਟ ਜਿਹੜਾ ਕਿ 1872 ਵਿੱਚ ਆਇਆ ਸੀ ਦੇ ਤਹਿਤ ਬ੍ਰਾਹਮਣ ਸਮਾਜ ਦੇ ਰੀਤੀ ਰਿਵਾਜਾਂ ਮੁਤਾਬਕ ਵਿਆਹ ਦੀਆਂ ਰਸਮਾਂ ਪੂਰੀਆਂ ਹੋਈਆਂ। ਤਾਂ ਉਸ
ਸਰੋਜਨੀ ਦਾ ਵਿਆਹ 19 ਸਾਲ ਦੀ ਉਮਰ ਦੇ ਵਿੱਚ ਡਾਕਟਰ ਗੋਵਿੰਦਰਾਜਲੂ ਨਾਇਡੂ ਦੇ ਨਾਲ ਹੋ ਗਿਆ। ਜੈਸੂਰਿਆ, ਪਦਮਨਾਸ, ਰਣਧੀਰ, ਨੀਲਾਵਰ ਤੇ ਲੀਲਾਮਣੀ ਸਰੋਜਨੀ ਦੇ ਇਹ 5 ਬੱਚੇ ਸਨ। ਸਰੋਜਨੀ ਦੇ 5 ਬੱਚੇ ਸਨ। ਉਹਨਾਂ ਦੇ ਨਾਮ ਸੀ ਜੈਸੂਰਿਆ, ਪਦਮਨਾਸ, ਰਣਧੀਰ, ਨੀਲਾਵਰ ਤੇ ਨੀਲਾਮਣੀ। ਸਮਾਜਿਕ ਖੇਤਰ ਵਿੱਚ ਇਸਤਰੀ ਦੀ ਕਮਜ਼ੋਰ ਸਥਿਤੀ ਨੂੰ ਸੁਧਾਰਨ ਲਈ ਸਰੋਜਨੀ ਨੇ ਅਣਥੱਕ ਯਤਨ ਕੀਤੇ। ਸਹੀ ਅਰਥਾਂ ਵਿੱਚ ਉਹ ਭਾਰਤੀ ਇਸਤਰੀ ਦੀ ਪਰੰਪਰਾਵਾਦੀ ਸੋਚ ਨੂੰ ਬਦਲਣਾ ਚਾਹੁੰਦੀ ਸੀ। ਉਸ ਨੇ ਹਿੰਦੂ ਮੁਸਲਿਮ ਏਕਤਾ ਨੂੰ ਕਾਇਮ ਰੱਖਣ ਲਈ ਵੀ ਸੰਘਰਸ਼ ਕੀਤਾ। ਸਮਾਜਿਕ ਕੰਮਾਂ ਵਿੱਚ ਪਾਏ ਉਸਦੇ ਮਹੱਤਵਪੂਰਨ ਯੋਗਦਾਨ ਬਦਲੇ 1908 ਵਿੱਚ ਆਪ ਨੂੰ ਕੇਸਰ-ਏ-ਹਿੰਦ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਤਾਂ ਸਮਾਜਿਕ ਕੰਮਾਂ ਦੇ ਵਿੱਚ ਜੋ ਉਸਨੇ ਸੁਧਾਰ ਕੀਤੇ ਸੀਗੇ, ਜੋ ਉਸਨੇ ਬਹੁਤ ਸਾਰੀਆਂ ਅਚੀਵਮੈਂਟਸ ਪ੍ਰਾਪਤ ਕੀਤੀਆਂ ਸੀ, ਜਾਂ ਉਸਨੇ ਕੋਈ ਵੀ ਸੰਘਰਸ਼ ਕੀਤਾ ਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ, ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਸ ਨੂੰ 1908 ਦੇ ਵਿੱਚ ਕੇਸਰ-ਏ-ਹਿੰਦ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। ਤਾਂ ਇੱਥੇ ਕੁਐਸਚਨ ਬਣਦਾ ਹੈ, ਤੁਹਾਡੇ ਜੀਕੇ ਦਾ ਕੁਐਸਚਨ ਬਣ ਸਕਦਾ ਗਾ ਕਿ ਕੇਸਰ-ਏ-ਹਿੰਦ ਪੁਰਸਕਾਰ ਨਾਲ 1908 ਵਿੱਚ ਕਿਸ ਨੂੰ ਨਿਵਾਜਿਆ ਗਿਆ? ਤਾਂ ਕਿਸ ਨੂੰ ਨਿਵਾਜਿਆ ਗਿਆ? ਸਰੋਜਨੀ ਨਾਇਡੂ। ਅੱਗੇ ਬਣਾ ਆਪ ਨੇ ਤੁਰ ਫਿਰ ਕੇ ਸਾਰੇ ਭਾਰਤ ਦਾ ਚੱਕਰ ਲਗਾਇਆ। ਗਰੀਬਾਂ ਦੇ ਦਿਲਾਂ ਵਿੱਚ ਉਤਸ਼ਾਹ ਭਰਿਆ। ਸਰੋਜਨੀ ਬਹੁਤ ਹੀ ਸ਼ਾਂਤ ਸੁਭਾਅ ਦੀ ਮਾਲਕ ਸੀ ਅਤੇ ਉਹ ਬਹੁਤ ਘੱਟ ਬੋਲਦੀ ਸੀ। ਭਾਰਤੀ ਸਟੇਜਾਂ ਉੱਪਰ ਉਸਦਾ ਭਾਸ਼ਣ ਬਹੁਤ ਹੀ ਲਾਜਵਾਬ ਸੀ। ਭਾਵੇਂ ਉਸਦਾ ਸਟੇਜਾਂ ਉੱਤੇ ਭਾਸ਼ਣ ਜਿਹੜਾ ਉਹ ਬਹੁਤ ਲਾਜਵਾਬ ਸੀ। ਜ਼ਿੰਦਗੀ ਵਿੱਚ ਉਸਨੇ ਅਨੇਕਾਂ ਦੇਸ਼ਾਂ ਵਿੱਚ ਜਾ ਕੇ ਸਮਾਜ ਸੇਵਾ ਦੇ ਕੰਮ ਕੀਤੇ। ਉਸਦੇ ਦਿਲ ਵਿੱਚ ਬੱਚਿਆਂ ਪ੍ਰਤੀ ਅਥਾਹ ਪਿਆਰ ਸੀ ਅਤੇ ਉਹਨਾਂ ਦੀ ਭਲਾਈ ਲਈ ਉਸਨੇ ਅਨੇਕਾਂ ਕਾਰਜ ਕੀਤੇ। ਸਰੋਜਨੀ ਨਾਇਡੂ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਆਪਣਾ ਰਾਜਨੀਤਿਕ ਗੁਰੂ, ਕਿਸ ਨੂੰ? ਸਰੋਜਨੀ ਨਾਇਡੂ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੀ ਸੀ। ਤਾਂ ਕਿਸ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੀ ਸੀ ਉਹ? ਗੋਪਾਲ ਕ੍ਰਿਸ਼ਨ ਗੋਖਲੇ। ਇਸ ਤੋਂ ਇਲਾਵਾ ਮੁਹੰਮਦ ਅਲੀ ਜਿਨਾਹ ਪ੍ਰਤੀ ਵੀ ਬਹੁਤ ਸਤਿਕਾਰ ਰੱਖਦੀ ਸੀ, ਜਿਨ੍ਹਾਂ ਉਸ ਸਮੇਂ ਇੱਕ ਰਾਸ਼ਟਰਵਾਦੀ ਨੇਤਾ ਦੇ ਤੌਰ ਤੇ ਕਾਂਗਰਸ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਸਨ। ਜਿਨਾਹ ਉਸ ਸਮੇਂ ਇੱਕ ਰਾਸ਼ਟਰਵਾਦੀ ਨੇਤਾ ਦੇ ਤੌਰ ਤੇ ਕਾਂਗਰਸ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਸਨ ਅਤੇ ਬਾਅਦ ਵਿੱਚ ਉਹ ਮੁਸਲਿਮ ਲੀਗ ਪਾਰਟੀ ਦੇ ਆਗੂ ਬਣੇ। ਮੁਸਲਿਮ ਲੀਗ ਪਾਰਟੀ ਦੇ, ਤਾਂ ਜਿਨਾਹ ਪਹਿਲਾਂ ਕਾਂਗਰਸ ਪਾਰਟੀ ਦੀ ਪ੍ਰਤੀਨਿਧਤਾ ਕਰਦੇ ਸੀ ਪਰ ਬਾਅਦ ਦੇ ਵਿੱਚ ਉਹ ਮੁਸਲਿਮ ਲੀਗ ਪਾਰਟੀ ਦੇ ਆਗੂ ਬਣੇ। ਸਰੋਜਨੀ ਜਿਨਾਹ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਕੇਂਦਰ ਬਿੰਦੂ ਦੇ ਤੌਰ ਤੇ ਖੜਾ ਮੰਨਦੀ ਸੀ। ਸਰੋਜਨੀ ਨੂੰ ਮੁਸਲਿਮ ਲੀਗ ਦਾ ਮੈਂਬਰ ਸਰੋਜਨੀ ਨੂੰ ਮੁਸਲਿਮ ਲੀਗ ਦਾ ਮੈਂਬਰ ਬਣਾਉਣਾ ਜਿਨਾਹ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦਾ ਹੀ ਹੱਥ ਸੀ। ਤਾਂ ਜਿਨਾਹ ਬਹੁਤ ਵੱਡੇ ਲੀਡਰ ਹੋਏ ਨੇ। ਮਹਾਤਮਾ ਗਾਂਧੀ ਨਾਲ ਸਰੋਜਨੀ ਦੀ ਪਹਿਲੀ ਮੁਲਾਕਾਤ 1914 ਨੂੰ ਪਹਿਲੇ ਵਿਸ਼ਵ ਯੁੱਧ ਤੋਂ ਕੁਝ ਸਮਾਂ ਪਹਿਲਾਂ ਹੋਈ। ਤਾਂ 1914 ਦੇ ਵਿੱਚ ਦੇਖੋ, ਹੁਣ ਤੁਹਾਨੂੰ ਇੱਕ ਫੈਕਟ ਮਿਲ ਗਿਆ। 1914 ਦੇ ਵਿੱਚ ਕੀ ਸਟਾਰਟ ਹੋਇਆ ਸੀ? ਫਸਟ ਵਰਲਡ ਵਾਰ ਸਟਾਰਟ ਹੋਈ ਸੀ। ਠੀਕ ਹੈ, ਪਹਿਲਾ ਵਿਸ਼ਵ ਯੁੱਧ। ਇਹ ਮੁਲਾਕਾਤ ਲੰਡਨ ਵਿੱਚ ਹੋਈ। ਇਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਲਈ ਸੰਘਰਸ਼ ਕਰਦਿਆਂ ਸਰੋਜਨੀ ਨਾਇਡੂ ਨੇ ਨਾ ਮਿਲਵਰਤਨ ਅੰਦੋਲਨ, ਸੱਤਿਆਗ੍ਰਹਿ ਅੰਦੋਲਨ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਪੂਰੀ ਗਰਮਜੋਸ਼ੀ ਨਾਲ ਹਿੱਸਾ ਲਿਆ। ਤਾਂ ਸਰੋਜਨੀ ਨੇ ਕਿਹੜੇ ਅੰਦੋਲਨਾਂ ਦੇ ਵਿੱਚ ਹਿੱਸਾ ਲਿਆ ਗਾਂਧੀ ਜੀ ਨਾਲ? ਨਾ ਮਿਲਵਰਤਨ ਅੰਦੋਲਨ, ਸੱਤਿਆਗ੍ਰਹਿ ਅੰਦੋਲਨ, ਭਾਰਤ ਛੱਡੋ ਅੰਦੋਲਨ। 1905 ਵਿੱਚ ਬੰਗਾਲ ਵੰਡ ਤੋਂ ਬਾਅਦ 1915 ਤੱਕ ਉਸਨੇ ਗੋਪਾਲ ਕ੍ਰਿਸ਼ਨ ਗੋਖਲੇ, ਰਵਿੰਦਰਨਾਥ ਟੈਗੋਰ, ਮੁਹੰਮਦ ਅਲੀ ਜਿਨਾਹ, ਐਮੀ ਬੈਸੈਂਟ,
सीपी रामास्वामी। तो देखो इत्थे एक होर क्वेश्चन आएगा, 1905 ਦੇ ਵਿੱਚ ਕੀ ਹੋਇਆ ਸੀ, ਬੰਗਾਲ ਵੰਡ ਹੋਈ ਸੀ, ਲਾਰਡ ਕਰਜ਼ਨ ਨੇ ਕਰਵਾਈ ਸੀ, ਠੀਕ ਹੈ। ਤਾਂ ਬੰਗਾਲ ਵੰਡ ਕਿੰਨੇ ਦੇ ਵਿੱਚ ਹੋਈ, 1905 ਦੇ ਵਿੱਚ। ਹਾਂਜੀ 1905 ਵਿੱਚ ਬੰਗਾਲ ਵੰਡ ਤੋਂ ਬਾਅਦ 1915 तक उसने गोपाल कृष्ण गोखले, रविंद्रनाथ टैगोर, मोहम्मद अली जिन्ना, एनी बेसेंट, सीपी रामास्वामी ਅਤੇ महात्मा गांधी नाल मिल के जंगे आज़ादी के वड्डे घोल विच वध चढ़ के हिस्सा लिया। 1915 तो 1918 विचकार उसने भारत विच नौजवानों की भलाई लई, मजदूरों के मान सन्मान, मजदूरों का मान सम्मान बहाल करवाने लई, औरतों के हक दिवाउण लई संघर्ष किया। उसने की काम किए, नौजवानों की भलाई लई, मजदूरों के मान सम्मान लई ते औरतों के हकों के लिए की किया, उसने संघर्ष किया। मुल्क के हर कोने में जाके तकरीरां कीतियां, मतलब हर जगह जाके उसने बहस की, मीटिंग्स कीतियां इन्हां दे लई। 1915 में उसके पिता अघोर नाथ का कोलकाता ਅਤੇ ਉਸਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਦਾ ਪੂਨਾ ਦੇ ਵਿੱਚ ਦੇਹਾਂਤ ਹੋ ਗਿਆ। ਤਾਂ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕੁਐਸਚਨ ਬਣਦਾ ਹੈ ਕਿ ਗੋਪਾਲ ਕ੍ਰਿਸ਼ਨ ਗੋਖਲੇ ਦਾ ਦੇਹਾਂਤ ਕਿੱਥੇ ਹੋਇਆ, ਕਿੱਥੇ ਹੋਇਆ, ਪੂਨਾ ਦੇ ਵਿੱਚ। ਇਸ ਤੋਂ ਬਾਅਦ उसने महात्मा गांधी नाल मिल के देश की आज़ादी लई अपना संघर्ष जारी रखा। तो की होया, उस अपने पिता जी की मौत तो बाद, अपने राजनीतिक गुरु की मौत तो बाद फिर भी उसने आज़ादी के लिए संघर्ष जारी रखा महात्मा गांधी जी नाल मिल के। पंडित जवाहर लाल नेहरू सरोजनी नायडू नूं अपनी भैन समझते सन, उन्हां विचकार ये रिश्ता जिंदगी भर कायम रहा। जवाहर लाल नेहरू के संबंध में सरोजनी ने एक बार कहा, एक कोट है, बहुत सोहना कोट है, आ सकता अपन पेपरों के की कहा सी सरोजनी ने जवाहर लाल नेहरू जी के संबंध में, कहते प्रधानमंत्री आते जाते रहेंगे पर जवाहर लाल एक है, पर जवाहर लाल एक है। 2 मार्च 1949 ਨੂੰ दिल की धड़कन बंद कारण उसका देहांत हो गया। किसका देहांत हो गया 2 मार्च 1949 ਨੂੰ, सरोजनी नायडू। ओके, सरोजनी नायडू। उसकी मौत उपरंत जवाहरलाल नेहरू ने कहा कि वो एक महान जीवन शक्ति नाल भरपूर अते सच्चे हिरदे वाली औरत सी। वो एक बहुपक्षी प्रतिभा की मालिक सी। उसका समुचा जीवन ही एक कविता सी ते वो सारी उम्र देश भक्ति के गीत गाती रही। तो ये किसने कहा, ये शब्द किसने ने, जवाहर लाल नेहरू दे के वो एक बहुत ही सच्चे हिरदे वाली ते बहुपक्षी प्रतिभा की मालिक सी ते उसका पूरा जीवन की सी, एक कविता ही सी। भारतीय होम रूल लीग के मैंबर वजों सरोजनी नायडू इंग्लैंड के दौरे पर गई। देखो हुण सरोजनी नायडू किस लीग का मैंबर रही, भारतीय होम रूल लीग। उत्थे उसने इस्त्रियां दे वोट पाने के अधिकार संबंधी कई महत्वपूर्ण सुझाव दिते। तो उसने इंग्लैंड की इंग्लैंड गई सी वो भारतीय होम रूल लीग का मैंबर वजों, तो उत्थे उसने की तकरीरां कीतियां, किस रिलेटेड तकरीरां कीतियां, इस्त्रियां दे वोट पाने के अधिकार संबंधी तकरीरां कीतियां उसने। इस तो इलावा उसने भारत में अंग्रेज़ों द्वारा किए जा रहे अत्याचारों की दर्द कहानी नूं अपनी भाषण का मुख्य विषय बनाया। इस समय दौरान ही उसने स्वीडन, स्विट्जरलैंड और फ्रांस वर्गे देशों का दौरा किया और फिर वो भारत वापस आ गई। सितंबर 1920 में कोलकाता विखे कांग्रेस का सम्मेलन होया। देखो कांग्रेस का सम्मेलन कोलकाता कदों होया, सितंबर 1920। ये भी एक पोलीटिकल का एक जीके का बहुत इंपॉर्टेंट क्वेश्चन है। इसकी प्रधानगी लाला लाजपत राय ने की। इस कांग्रेस के इस सम्मेलन की प्रधानगी किसने की, लाला लाजपत राय जी। इस विच महात्मा गांधी ने असहयोग अंदोलन का प्रस्ताव पेश किया, क्योंकि जलियांवाले बाग के खूनी कांड
ਤੋਂ ਬਾਅਦ ਗਾਂਧੀ ਜੀ ਦਾ ਅੰਗਰੇਜ਼ੀ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਾ ਸੀ। ਇਹ ਪ੍ਰਸਤਾਵ 1873 ਵੋਟਾਂ ਦੇ ਮੁਕਾਬਲੇ 1855 ਵੋਟਾਂ ਦੇ ਫਰਕ ਨਾਲ ਪਾਸ ਹੋਇਆ। ਜਦੋਂ ਇਹ ਅੰਦੋਲਨ ਸਿਖਰ ਤੇ ਪਹੁੰਚਿਆ ਤਾਂ ਫਰਵਰੀ 1922 ਨੂੰ ਚੌਰਾ ਚੌਰੀ ਦੀ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਇਹ ਅੰਦੋਲਨ ਵਾਪਸ ਲੈ ਲਿਆ। ਤਾਂ ਫਰਵਰੀ ਜਿਹੜੀ ਚੌਰਾ ਚੌਰੀ ਦੀ ਘਟਨਾ ਹੋਈ ਹੈ, ਜਿਹੜੇ ਕਿਸਾਨਾਂ ਨੇ ਅੰਗਰੇਜ਼ਾਂ ਨੂੰ ਜਲਾ ਦਿੱਤਾ ਸੀ, ਚੌਰਾ ਚੌਰੀ ਦੀ ਪੁਲਿਸ ਤੇ ਅੰਗਰੇਜ਼ੀ ਪੁਲਿਸ ਦੇ ਆਫਿਸਰਸ ਨੂੰ ਜਲਾ ਦਿੱਤਾ ਸੀਗਾ ਚੌਰਾ ਚੌਰੀ ਦੇ ਵਿੱਚ, ਤਾਂ ਉੱਥੇ ਦੀ ਉਸ ਘਟਨਾ ਤੋਂ ਬਾਅਦ ਤਾਂ ਜਿਹੜਾ ਇਹ ਅੰਦੋਲਨ ਸੀਗਾ ਵਾਪਸ ਲੈ ਲਿਆ ਗਿਆ। ਅੰਦੋਲਨ ਕੀ ਹੋਇਆ, ਵਾਪਸ ਲੈ ਲਿਆ ਗਿਆ। ਤਾਂ ਚੌਰਾ ਚੌਰੀ ਦੀ ਘਟਨਾ ਕਦੋਂ ਹੋਈ, ਫਰਵਰੀ 1922 ਦੇ ਵਿੱਚ। ਇਸ ਸਮੇਂ ਦੌਰਾਨ ਗਾਂਧੀ ਜੀ ਤੇ ਮੁਕੱਦਮਾ ਚਲਾ ਕੇ ਉਹਨਾਂ ਨੂੰ 6 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ, ਪਰ ਸਜ਼ਾ ਭੁਗਤਣ ਤੋਂ ਪਹਿਲਾਂ ਹੀ ਗਾਂਧੀ ਜੀ ਨੇ ਆਜ਼ਾਦੀ ਦੇ ਸੰਘਰਸ਼ ਦੀ ਚਾਬੀ ਸਰੋਜਨੀ ਦੇ ਹੱਥ ਵਿੱਚ ਸੌਂਪ ਦਿੱਤੀ। ਤਾਂ ਜਿਹੜੀ ਆਜ਼ਾਦੀ ਦਾ ਜਿਹੜਾ ਪੂਰਾ ਸੰਘਰਸ਼ ਦਾ ਜਿੰਨਾ ਸੀ ਉਹ ਕਿਸ ਦੇ ਹੱਥਾਂ ਦੇ ਵਿੱਚ ਆ ਗਿਆ ਹਨ, ਸਰੋਜਨੀ ਦੇ ਹੱਥਾਂ ਦੇ ਵਿੱਚ। ਜਨਵਰੀ 1924 ਵਿੱਚ ਸਰੋਜਨੀ ਕਾਂਗਰਸ ਪਾਰਟੀ ਦੀ ਪ੍ਰਤੀਨਿਧਤਾ ਕਰਦਿਆਂ ਦੱਖਣੀ ਅਫਰੀਕਾ ਦੇ ਦੌਰੇ ਤੇ ਗਈ। ਤਾਂ ਜਨਵਰੀ 1924 ਦੇ ਵਿੱਚ ਸਰੋਜਨੀ ਕਿੱਥੇ ਗਈ, ਦੱਖਣੀ ਅਫਰੀਕਾ। ਉੱਥੇ ਸਰੋਜਨੀ ਨੇ ਇਹ ਸਪਸ਼ਟ ਕੀਤਾ ਕਿ ਭਾਰਤ ਵਾਸੀਆਂ ਨੂੰ ਅਫਰੀਕਾ ਵੱਲ ਇਸ ਦ੍ਰਿਸ਼ਟੀ ਨਾਲ ਨਹੀਂ ਵੇਖਣਾ ਚਾਹੀਦਾ ਕਿ ਅਫਰੀਕਾ ਸਾਡੇ ਲਈ ਕੀ ਕਰ ਸਕਦਾ ਹੈ, ਸਗੋਂ ਇਸ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ ਕਿ ਅਸੀਂ ਅਫਰੀਕਾ ਲਈ ਕੀ ਕਰ ਸਕਦੇ ਹਾਂ। ਸਰੋਜਨੀ ਆਜ਼ਾਦੀ ਦੇ ਸੰਘਰਸ਼ ਵਿੱਚ ਮੈਂ ਨੂੰ ਧਰੋਹ ਅਤੇ ਨਿਰਾਸ਼ਾ ਨੂੰ ਪਾਪ ਸਮਝਦੀ ਸੀ। ਭੈ ਨੂੰ ਉਹ ਧਰੋਹ ਮੰਨਦੀ ਸੀ ਤੇ ਨਿਰਾਸ਼ਾ ਨੂੰ ਪਾਪ ਦੇ ਬਰਾਬਰ ਸਮਝਦੀ ਸੀ। ਆਜ਼ਾਦੀ ਦੀ ਲੜਾਈ ਲੜਦਿਆਂ ਉਸਨੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਮਹਾਨ ਬੁੱਧੀਜੀਵੀਆਂ ਨਾਲ ਵੀ ਵਿਚਾਰ ਵਟਾਂਦਰੇ ਦਾ ਸਿਲਸਿਲਾ ਜਾਰੀ ਰੱਖਿਆ। ਅਮਰੀਕਾ ਅਤੇ ਕੈਨੇਡਾ ਵਰਗੇ ਜਿਹੜੇ ਦੇਸ਼ ਸੀ, ਉੱਥੇ ਵੀ ਬਹੁਤ ਸਾਰੇ ਅਜਿਹੇ ਲੋਕ ਸੀ ਜਿਹੜੇ ਭਾਰਤ ਦੇ ਵਿੱਚ ਹੋ ਰਹੇ ਅਤਿਆਚਾਰਾਂ ਖਿਲਾਫ ਬਹੁਤ ਜ਼ਿਆਦਾ ਕਹਿੰਦੇ ਉਹਨਾਂ ਦੇ ਖਿਲਾਫ ਸੀ। ਤਾਂ ਉੱਥੋਂ ਦੇ ਜਿਹੜੇ ਮਹਾਨ ਬੁੱਧੀਜੀਵੀ ਸੀਗੇ ਉਹਨਾਂ ਦੇ ਨਾਲ ਉਹ ਵਿਚਾਰ ਵਟਾਂਦਰਾ ਜ਼ਰੂਰ ਕਰਦੀ ਰਹਿੰਦੀ ਸੀ। ਅੰਗਰੇਜ਼ੀ ਸਰਕਾਰ ਦੇ ਜ਼ੁਲਮ ਵਿਰੁੱਧ ਅਤੇ ਲੋਕਾਂ ਦੇ ਹੱਕਾਂ ਦੀ ਖਾਤਰ ਉਸਨੇ ਅਨੇਕਾਂ ਵਾਰ ਜੇਲ੍ਹ ਦੀ ਹਵਾ ਖਾਧੀ, ਆਪਣੇ ਤੇ ਅਨੇਕਾਂ ਕਸ਼ਟ ਝੱਲੇ ਅਤੇ ਆਪਣੀ ਜੰਗ ਨੂੰ ਜਾਰੀ ਰੱਖਿਆ। 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਸਰੋਜਨੀ ਨਾਇਡੂ ਨੂੰ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਭਾਰਤੀ ਇਤਿਹਾਸ ਵਿੱਚ ਅਜਿਹਾ ਅਹੁਦਾ ਸੰਭਾਲਣ ਵਾਲੀ ਉਹ ਪਹਿਲੀ ਔਰਤ ਸੀ। ਤਾਂ ਉਸਨੇ ਕਿਸ ਦਾ ਰਾਜਪਾਲ ਬਣੀ, ਉਹ ਸਭ ਤੋਂ ਪਹਿਲਾਂ ਆਜ਼ਾਦ ਹੋਣ ਤੋਂ ਬਾਅਦ 'ਚ ਜਦੋਂ ਆਜ਼ਾਦ ਹੋ ਗਿਆ ਸਾਡਾ ਦੇਸ਼, ਤਾਂ ਉਹ ਉੱਤਰ ਪ੍ਰਦੇਸ਼ ਦੀ ਰਾਜਪਾਲ ਗਵਰਨਰ ਨਿਯੁਕਤ ਕੀਤੀ ਗਈ। ਅੱਗੇ ਬੇਟਾ ਤੁਹਾਡੇ ਲਈ ਇੱਕ ਫੋਟੋ ਸੈਸ਼ਨ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ। ਤੁਹਾਨੂੰ ਬਹੁਤ ਸਾਰੇ ਨਾਮ ਆਏ ਨੇ ਇਸ ਪਾਠ ਦੇ ਵਿੱਚ ਤੇ ਜ਼ਰੂਰ ਦੇਖਿਓ ਪਲੀਜ਼। ਇਹਨੇ ਗੋਪਾਲ ਕ੍ਰਿਸ਼ਨ ਗੋਖਲੇ ਜੀ ਜਿਹੜੇ ਕਿ ਸ਼੍ਰੀ ਸਰੋਜਨੀ ਜੀ ਦੇ ਰਾਜਨੀਤਿਕ ਗੁਰੂ ਰਹੇ ਨੇ। ਅੱਗੇ ਜਿਨ੍ਹਾਂ ਤੋਂ ਇੱਕ ਹੋਰ ਸ਼ਖਸੀਅਤ ਹੈ ਜਿਨ੍ਹਾਂ ਤੋਂ ਉਹ ਬਹੁਤ ਪ੍ਰਭਾਵਿਤ ਸੀ, ਇਹਨੇ ਜਿਨਾਹ ਮੁਹੰਮਦ ਅਲੀ ਜਿਨਾਹ ਜਿਹੜੇ ਕਿ ਅੱਗੇ ਜਾ ਕੇ ਪਾਕਿਸਤਾਨ ਦੇ ਲੀਡਰ ਬਣੇ ਨੇ। ਤਾਂ ਇਹ ਨੇ ਮੁਹੰਮਦ ਅਲੀ ਜਿਨਾਹ। ਅੱਗੇ ਇੱਕ ਹੋਰ ਨਾਮ ਆਇਆ ਐਨੀ ਬੇਸੈਂਟ, ਜਿਸਨੇ ਵੀ ਭਾਰਤ ਦੇ ਲਈ ਬਹੁਤ ਸਾਰੀਆਂ ਤਕਰੀਰਾਂ ਪੇਸ਼ ਕੀਤੀਆਂ। ਇਹਨੇ ਐਨੀ ਬੇਸੈਂਟ। ਇਹ ਸੀਪੀ ਰਾਮਾਸਵਾਮੀ ਜੀ, ਸੀਪੀ ਰਾਮਾਸਵਾਮੀ ਜਿਨ੍ਹਾਂ ਦਾ ਇਸ ਪਾਠ ਦੇ ਵਿੱਚ ਨਾਮ ਆਇਆ ਹੈ। ਅੱਗੇ ਹੈ ਰਵਿੰਦਰਨਾਥ ਟੈਗੋਰ ਜਿਨ੍ਹਾਂ ਨੇ ਸਾਡਾ ਦੇਸ਼ ਦਾ ਰਾਸ਼ਟਰੀ ਗਾਨ ਲਿਖਿਆ ਗਾ ਜਨ ਗਣ ਮਨ, ਹੈ ਨਾ। ਤੇ ਇਹਨਾਂ ਨੇ 2 ਦੇਸ਼ਾਂ ਦੇ ਰਾਸ਼ਟਰੀ ਗੀਤ ਲਿਖੇ ਨੇ, ਗਾਨ ਲਿਖੇ ਨੇ। ਇੱਕ ਬੰਗਲਾਦੇਸ਼ ਦਾ ਅਮਰ ਸੁਨਾਰ ਬਾਂਗਲਾ, ਔਰ ਇੱਕ ਅੱਗੇ ਨੇ ਮਹਾਤਮਾ ਗਾਂਧੀ ਜੀ ਜਿਨ੍ਹਾਂ ਨਾਲ ਰਲ ਕੇ ਉਸਨੇ ਬਹੁਤ ਸਾਰੇ ਅੰਦੋਲਨਾਂ ਦੇ ਵਿੱਚ ਹਿੱਸਾ ਲਿਆ। ਥੈਂਕ ਯੂ ਸਟੂਡੈਂਟਸ, ਇਹ ਸੀ ਤੁਹਾਡਾ ਅੱਜ ਦਾ ਪਾਠ। ਥੈਂਕ ਯੂ ਸੋ ਮਚ।